ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਅੱਜ ਦੀ ਇੰਟਰਵਿਊ ਦੇ ਵਿੱਚ ਅਸੀਂ ਤੁਹਾਨੂੰ ਪੰਥ ਦੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ, ਜਿਹੜੇ ਕਿ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਸਨ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਧਰਮਯੁੱਧ ਮੋਰਚੇ ਦੇ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ। ਉਹਨਾਂ ਦੇ ਪੁੱਤਰ ਸਾਡੇ ਨਾਲ ਅੱਜ ਇੱਥੇ ਜੂਬਾ ਸਿਟੀ ਦੇ ਵਿੱਚ ਖੜੇ ਹਨ। ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨੌਜਵਾਨ ਜੀ, ਆਪਣਾ ਸ਼ੁਭ ਨਾਮ? ਤਰਲੋਚਨ ਸਿੰਘ ਜੀ। ਤਰਲੋਚਨ ਸਿੰਘ ਜੀ, ਤੁਹਾਨੂੰ ਬੜਾ ਮਾਣ ਹੈ ਤੇ ਕੌਮ ਨੂੰ ਬੜਾ ਮਾਣ ਹੈ ਕਿ ਤੁਸੀਂ ਉਸ ਸ਼ਹੀਦ ਭਾਈ ਅਮਰੀਕ ਸਿੰਘ ਜੋ ਫੈਡਰੇਸ਼ਨ ਦੇ ਪ੍ਰਧਾਨ ਸੀ, ਉਹਨਾਂ ਦੇ ਪੁੱਤਰ ਹੋਣ ਦਾ ਤੁਹਾਨੂੰ ਮਾਣ ਹੈ। ਤੇ ਆਪਣਾ ਪਿਛੋਕੜ ਦੱਸੋ, ਆਪਣੇ ਪਰਿਵਾਰ ਬਾਰੇ ਦੱਸੋ ਥੋੜਾ ਜਿਹਾ ਸੰਗਤਾਂ ਨੂੰ ਜੀ। ਉਹ ਮਾਣ, ਜਿੱਥੇ ਮਾਣ ਹੈ ਉਸੇ ਤਰ੍ਹਾਂ ਦੇ ਨਾਲ ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆਂ ਨੇ। ਪਿਛੋਕੜ ਦੀ ਜਦੋਂ ਗੱਲ ਕਰਦੇ ਹਾਂ ਕਿ ਇਹ ਪਿਛੋਕੜ ਕੇਵਲ ਸਾਡੇ ਪਿਤਾ ਜੀ ਤੋਂ ਨਹੀਂ ਸਟਾਰਟ ਹੁੰਦਾ। ਜਦੋਂ ਆਪਾਂ ਉਹਨਾਂ ਤੋਂ ਗੱਲ ਕਰਦੇ ਸ਼ੁਰੂ ਕਰਦੇ ਹਾਂ ਤੇ ਉਹਨਾਂ ਨੂੰ ਇਹ ਜੋ ਗੁਰਸਿੱਖੀ ਦੀ ਜੋ ਸੰਘਰਸ਼ ਦੀ ਗੁੜਤੀ ਸੀ, ਉਹ ਉਹਨਾਂ ਨੂੰ ਜਨਮ ਤੋਂ ਹੀ ਇਹ ਗੁੜਤੀ ਮਿਲੀ ਕਿ ਕਿਸ ਤਰ੍ਹਾਂ ਸਿੱਖ ਲਈ, ਸਿੱਖ ਧਰਮ ਲਈ, ਪ੍ਰਚਾਰ ਲਈ ਆਪਣੇ ਜਿਹੜੇ ਆ ਉਹ ਸਮਾਂ ਜਿਹੜਾ ਆ ਉਹ ਨਿਭਾਉਣਾ ਹੈ। ਕਿਉਂਕਿ ਉਹਨਾਂ, ਮੇਰੇ ਦਾਦਾ ਜੀ, ਉਹਨਾਂ ਦੇ ਪਿਤਾ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਹੋਏ ਨੇ। ਤੇ ਜਿਸ ਤਰ੍ਹਾਂ ਉਹਨਾਂ ਨੇ ਸਮੁੱਚੇ ਆਪਣੇ ਸਮੇਂ ਦੇ ਦੌਰਾਨ ਸਿੱਖ ਪ੍ਰਚਾਰ ਦੀ ਹਨੇਰੀ ਲਿਆਂਦੀ, ਉਹ ਕਹਿਣੀ ਤੇ ਕਥਨੀ ਤੋਂ ਬਾਹਰ ਦੀ ਗੱਲ ਹੈ। ਉਹ ਆਪਾਂ ਸੋਚ ਵੀ ਨਹੀਂ ਸਕਦੇ ਜਿੰਨੇ ਥੋੜ੍ਹੇ ਜਿਹੇ ਸਮੇਂ ਵਿੱਚ ਜਿੰਨਾ ਉਹਨਾਂ ਨੇ ਪ੍ਰਚਾਰ ਕੀਤਾ। ਜਿਸ ਤਰ੍ਹਾਂ ਆਪਾਂ ਮੋਟੇ ਰੂਪ ਵਿੱਚ ਜਦੋਂ ਆਪਾਂ ਦੇਖਣਾ ਸ਼ੁਰੂ ਕਰਦੇ ਹਾਂ ਤਾਂ ਜਦੋਂ ਐਮਰਜੈਂਸੀ ਲੱਗੀ, ਉਸ ਸਮੇਂ ਦੇ ਵਿੱਚ ਸਰਕਾਰ ਨੇ, ਕੇਂਦਰ ਸਰਕਾਰ ਨੇ ਇਹ ਸਿੱਖਾਂ 'ਤੇ ਬੈਨ ਲਾ ਦਿੱਤਾ ਕਿ ਕੋਈ ਵੀ 4 ਜਾਂ 4 ਤੋਂ ਵੱਧ ਇਨਸਾਨ ਇੱਕ ਥਾਂ 'ਤੇ ਇਕੱਤਰ ਨਹੀਂ ਹੋ ਸਕਦੇ, ਕੋਈ ਵੀ ਮੀਟਿੰਗ ਨਹੀਂ ਕਰ ਸਕਦੇ, ਕੋਈ ਸਲਾਹ ਮਸ਼ਵਰਾ ਨਹੀਂ ਕਰ ਸਕਦੇ। ਪਰ ਉਸ ਸਮੇਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਮਰ ਕੱਸਾ ਕੀਤਾ ਤੇ ਲਲਕਾਰ ਕੇ ਕਿਹਾ ਕਿ ਸਾਨੂੰ ਹੱਥਕੜੀਆਂ ਲਾਉਣੀਆਂ ਤਾਂ ਲਾ ਸਕਦੇ ਹੋ, ਅਸੀਂ ਵੱਧ ਸਿੱਖ ਇਕੱਠੇ ਕਰਾਂਗੇ, ਅਸੀਂ ਨਗਰ ਕੀਰਤਨ ਕੱਢਾਂਗੇ, ਸ਼ੁਰੂ ਕਰਾਂਗੇ। ਤੇ ਉਸ ਸਮੇਂ ਦੇ ਦੌਰਾਨ, ਐਮਰਜੈਂਸੀ ਦੇ ਦੌਰਾਨ, ਜਦੋਂ ਚਿੜੀ ਨਹੀਂ ਸੀ ਫੜਕਣ ਦੇ ਰਹੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 37 ਮਹਾਨ ਨਗਰ ਕੀਰਤਨ, ਬਹੁਤ ਵੱਡੇ ਨਗਰ ਕੀਰਤਨ ਜੋ ਉਹ ਪੰਜਾਬ ਦੀ ਧਰਤੀ 'ਤੇ ਕੱਢੇ। ਤੇ ਜੋ ਇੱਕ ਉਹਨਾਂ ਦੇ ਵਿੱਚੋਂ ਇੱਕ ਨਗਰ ਕੀਰਤਨ ਸੀ, ਉਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਸ਼ਤਾਬਦੀ ਦੇ ਸੰਬੰਧ ਵਿੱਚ ਪੰਜਾਬ ਤੋਂ ਕੱਢ ਕੇ ਦਿੱਲੀ ਤੱਕ ਲੈ ਕੇ ਗਏ। ਤੇ ਉਹ ਜੋ ਪ੍ਰੋਗਰਾਮ ਸੀ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਸੀ। ਉਸ ਗਰਾਊਂਡ ਦੇ ਵਿੱਚ ਜਦੋਂ ਨਗਰ ਕੀਰਤਨ ਪਹੁੰਚਿਆ ਤਾਂ ਉੱਥੇ 4 ਤੋਂ 5 ਲੱਖ ਦਾ ਇਕੱਠ ਸੰਗਤਾਂ ਦਾ ਸੀ। ਉਸ ਇਕੱਠ ਵਿੱਚ ਝੁੱਕ ਕੇ ਇੰਦਰਾ ਗਾਂਧੀ ਨੂੰ ਵੀ ਉੱਥੇ ਆਉਣਾ ਪਿਆ। ਉੱਥੇ ਜਦੋਂ ਆਏ ਤੇ ਜਿਸ ਤਰ੍ਹਾਂ ਆਪਣੇ ਲੀਡਰ ਨੇ, ਉਹਨਾਂ ਨੇ ਉਸ ਦਾ ਜ਼ਿਆਦਾ ਸਤਿਕਾਰ ਕਰਨ ਲਈ, ਉਸ ਦੀ ਚਾਪਲੂਸੀ ਕਰਨ ਲਈ, ਉਸ ਦਾ ਸਵਾਗਤ ਕਰਨ ਲਈ ਉੱਠ ਕੇ ਖੜੇ ਹੋ ਗਏ, ਉਸ ਨੂੰ ਅੱਗੋਂ ਲੈਣ ਗਏ। ਭੁੱਲ ਗਏ ਕਿ ਸਿੱਖੀ ਦੀ ਮਰਿਆਦਾ ਨਹੀਂ, ਇਹ ਸਿੱਖੀ ਦਾ ਅਸੂਲ ਨਹੀਂ। ਕੇਵਲ ਤੇ ਕੇਵਲ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਆਪਣੀ ਸਟੇਜ 'ਤੇ ਬੈਠੇ ਰਹੇ ਤੇ ਉਹਨਾਂ ਦੇ ਮਨ ਵਿੱਚ ਰੋਸ ਵੀ ਆਇਆ ਕਿ ਸਾਡੇ ਸਿੱਖ ਅੱਗੋਂ ਕਿੱਧਰ ਵੱਧ ਰਹੇ ਨੇ। ਉਸ ਸਮੇਂ ਦੌਰਾਨ ਉਸ ਸਟੇਜ 'ਤੇ ਉਹਨਾਂ ਆਗੂਆਂ ਨੇ ਬੋਲਦੇ ਹੋਏ ਬਹੁਤ ਹੀ ਚਾਪਲੂਸੀ ਵਾਲੀਆਂ ਗੱਲਾਂ, ਜੋ ਇੰਦਰਾ ਗਾਂਧੀ ਦੀਆਂ ਉਸ ਦਾ ਹੌਸਲਾ ਵਧਾਉਣ ਲਈ ਤੇ ਉਸ ਨੂੰ ਖੁਸ਼ ਕਰਨ ਲਈ ਕਿ ਉਹਨਾਂ ਨੂੰ ਸ਼ਾਇਦ ਕੁਝ ਮਿਲ ਜਾਵੇ, ਉਹ ਬੀਬੀ ਇੰਦਰਾ ਗਾਂਧੀ ਦੇ ਹੱਕ ਵਾਲੀਆਂ ਕੀਤੀਆਂ। ਜਿਸ ਤਰ੍ਹਾਂ ਕਿ ਉਹਨਾਂ ਨੇ ਜ਼ਿਆਦਾ ਹੀ ਧੰਨਵਾਦ ਕਰਦਿਆਂ ਆਖਿਆ ਕਿ ਅੱਜ ਵੇਖੋ, ਸਿੱਖ ਕੌਮ ਲਈ ਬਹੁਤ ਵੱਡਾ ਦਿਨ ਹੈ ਕਿ ਇੰਦਰਾ ਗਾਂਧੀ, ਇੱਕ ਦੇਸ਼ ਦੀ ਪ੍ਰਧਾਨ ਮੰਤਰੀ, ਖੁਦ ਚੱਲ ਕੇ ਸਾਡੇ ਪ੍ਰੋਗਰਾਮ ਵਿੱਚ ਆਈ ਹੈ। ਇਸੇ ਤਰ੍ਹਾਂ ਹੀ ਉਹਨਾਂ ਨੇ ਉਹਨਾਂ ਬਾਰੇ ਗੱਲਾਂ ਕਰਦਿਆਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਸ ਬੀਬੀ ਨੇ ਆਪਣਾ ਇੱਕ ਪੁੱਤਰ ਪੰਜਾਬ ਵਿੱਚ ਵਿਆਹਿਆ ਹੈ ਤੇ ਸਾਨੂੰ ਖੁਸ਼ੀ ਹੋਵੇਗੀ ਜੇ ਇਹ ਆਪਣਾ ਦੂਜਾ ਪੁੱਤਰ ਵੀ ਪੰਜਾਬ ਵਿੱਚ ਵਿਆਹ ਕੇ ਸਿੱਖਾਂ ਨਾਲ ਰਿਸ਼ਤਾ ਜਿਹੜਾ ਆ ਹੋਰ ਮਜ਼ਬੂਤ ਕਰੇ। ਉਸ ਤੋਂ ਬਾਅਦ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦਾ, ਉਹਨਾਂ ਦਾ ਸਮਾਂ ਸੀ, ਉਹਨਾਂ ਨੇ ਬੋਲਣਾ ਸੀ। ਉਹ ਪਹਿਲਾਂ ਹੀ ਬਹੁਤ ਰੋਹ ਵਿੱਚ ਸਨ। ਜਦੋਂ ਉਹਨਾਂ ਦਾ ਸਮਾਂ ਆਇਆ, ਉਸ ਸਮੇਂ ਇੰਦਰਾ ਗਾਂਧੀ ਅਤੇ ਸਾਰੇ ਉੱਥੇ ਆਪਣੇ ਸਿੱਖ ਆਗੂ ਉੱਥੇ ਬੈਠੇ ਸਨ। ਉਹਨਾਂ ਨੇ ਆਪਣੀ ਤਕਰੀਰ ਸ਼ੁਰੂ ਕਰਦਿਆਂ ਹੀ ਇੱਥੋਂ ਸ਼ੁਰੂ ਗੱਲ ਕੀਤੀ ਕਿ ਅਸੀਂ ਅਕਿਰਤ ਘਨ ਨਾ ਬਣੀਏ, ਅਸੀਂ ਉਸ ਪਾਤਸ਼ਾਹ ਦਾ ਧੰਨਵਾਦ ਕਰੀਏ, ਉਸ ਪਾਤਸ਼ਾਹ ਦੀ ਕਹਿਣੀ ਬਹਿਣੀ ਵਿੱਚ ਰਹੀਏ ਜਿਸ ਪਾਤਸ਼ਾਹ ਨੇ ਸਾਨੂੰ ਇਹ ਸਭ ਕੁਝ ਬਖਸ਼ਿਆ। ਸਾਨੂੰ ਇਹ ਜੋ ਅਹੁਦੇ ਜਾਂ ਜੇ ਇਹ ਜ਼ਿੰਮੇਵਾਰੀਆਂ ਇਹ ਇੰਦਰਾ ਗਾਂਧੀ ਨੇ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਨੇ ਬਖਸ਼ੀਆਂ ਨੇ। ਤੇ ਉਹਨਾਂ ਨੇ ਇਹ ਗੱਲ ਬਿਲਕੁਲ ਠੋਕ ਵਜਾ ਕੇ ਉੱਥੇ ਕੀਤੀ ਕਿ ਸਾਨੂੰ ਕਿਸੇ ਵੀ ਸ਼ਖਸੀਅਤ ਦਾ ਸਤਿਕਾਰ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਉੱਠ ਕੇ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਮਰਿਆਦਾ ਨਹੀਂ। ਸਭ ਤੋਂ ਵੱਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਉਹਨਾਂ ਤੋਂ ਕੋਈ ਵੀ ਵੱਡਾ ਇਨਸਾਨ ਨਹੀਂ। ਇਸ ਕਰਕੇ ਕੋਈ ਵੀ ਜਿਹੜਾ ਆਵੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ ਤੇ ਸੰਗਤ ਵਿੱਚ ਬੈਠੇ। ਤੇ ਇਸੇ ਤਰ੍ਹਾਂ ਉਹਨਾਂ ਨੇ ਬਾਕੀ ਗੱਲਾਂ ਦਾ ਜਵਾਬ ਇੰਨੀ ਬਾਖੂਬੀ ਨਾਲ ਦਿੱਤਾ ਤੇ ਉੱਥੇ ਇਹ ਗੱਲ ਕਲੀਅਰ ਕੀਤੀ ਕਿ ਜਿਹੜਾ ਸਿੱਖ ਹੈ ਉਹ ਆਪਣੀ ਧੀ ਗੈਰ ਸਿੱਖ ਨੂੰ ਨਹੀਂ ਦਿੰਦਾ। ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਕਿ ਅਸੀਂ ਇਹ ਗੱਲ ਬੀਬੀ ਇੰਦਰਾ ਗਾਂਧੀ ਨੂੰ ਕਹਿੰਦੇ ਆ ਕਿ ਜੇ ਇਹਦੇ ਘਰ ਕੋਈ ਕੁੜੀ ਹੈ ਤਾਂ ਸਾਨੂੰ ਦੱਸੇ, ਅਸੀਂ ਪੰਜਾਬ 'ਚੋਂ ਮੁੰਡਾ ਲਿਆਉਣੇ ਆ ਤੇ ਇਹਦੀ ਕੁੜੀ ਵਿਆਹਾਂਗੇ, ਫਿਰ ਦੇਖਾਂਗੇ ਰਿਸ਼ਤੇ ਕਿੰਨੇ ਕੁ ਪੱਕੇ ਹੁੰਦੇ, ਕਿੰਨੀ ਕੁ ਸਾਂਝ ਪੱਕੀ ਹੁੰਦੀ ਹੈ। ਸਿੱਖਾਂ ਨੂੰ ਹੁਕਮ ਨਹੀਂ ਕਿ ਸਿੱਖ ਆਪਣੀ ਧੀ ਗੈਰ ਸਿੱਖ ਨੂੰ ਦੇਵੇ। ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਜੋ ਬਾਕੀ ਗੱਲਾਂ ਉੱਥੇ ਹੋਈਆਂ ਉਹਨਾਂ ਦਾ ਵਿਰੋਧ ਕਰਦੇ ਹੋਏ ਇਹ ਗੱਲ ਆਖੀ ਕਿ ਬੀਬੀ ਇੰਦਰਾ ਇੱਥੇ ਪਹੁੰਚੀ ਹੈ, ਇੱਥੇ ਆਈ ਹੈ, ਇਹਨੇ ਕੋਈ ਇੱਥੇ ਆ ਕੇ ਅਹਿਸਾਨ ਨਹੀਂ ਕੀਤਾ। ਇਹ ਜੋ ਪ੍ਰੋਗਰਾਮ ਹੋ ਰਿਹਾ ਹੈ, ਇਹ ਪ੍ਰੋਗਰਾਮ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਸ਼ਤਾਬਦੀ ਦੇ ਸੰਬੰਧ ਵਿੱਚ ਹੈ। ਇਹ ਜੋ ਬੀਬੀ ਇੱਥੇ ਸਾੜੀ ਪਾ ਕੇ ਆਈ ਹੈ, ਜੇ ਕਿਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਸ਼ਹਾਦਤ ਦੇ ਕੇ ਇਹਨਾਂ ਦਾ ਧਰਮ ਨਾ ਬਚਾਉਂਦੇ ਤੇ ਇਹ ਬੀਬੀ ਜਿਹੜੀ ਸਾੜੀ ਵਿੱਚ ਆਈ ਹੈ, ਇਹਨੇ ਅੱਜ ਬੁਰਕੇ ਵਿੱਚ ਆਉਣਾ ਸੀ। ਇਹਨੇ ਅੱਜ ਹਿੰਦੂ ਰੂਪ ਵਿੱਚ ਨਹੀਂ, ਇਹ ਮੁਸਲਮਾਨ ਬਣੀ ਹੋਣਾ ਸੀ। ਇਸ ਗੱਲ ਨੂੰ ਸੁਣ ਕੇ ਇੰਦਰਾ ਗਾਂਧੀ ਨੂੰ ਸੱਤੀ ਕੱਪੜੀ ਅੱਗ ਵੀ ਲੱਗੀ ਉਸ ਸਮੇਂ ਤੋਂ। ਤੇ ਉਸੇ ਹੀ ਸਮੇਂ ਇਹ ਸਾਰੀਆਂ ਗੱਲਾਂ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਉਸ ਦੇ ਮੂੰਹ ਤੇ ਆਖੀਆਂ ਤੇ ਆਖਿਆ ਕਿ ਜਿੰਨੇ ਇਸ ਬੀਬੀ ਦੇ ਸਰੀਰ ਤੇ ਵਾਲ ਹਨ, ਜੇ ਉਨੀ ਵਾਰ ਵੀ ਇਹ ਆਪਣਾ ਸਿਰ ਵੱਢ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੇ ਭੇਂਟ ਕਰੇ, ਤਾਂ ਵੀ ਇਹ ਸਿੱਖਾਂ ਦਾ, ਉਸ ਗੁਰੂ ਸਾਹਿਬ ਦਾ ਕਦੇ ਵੀ ਅਹਿਸਾਨ ਨਹੀਂ ਲਾ ਸਕਦੀ। ਸੋ ਇਹ ਸਾਡੇ ਸਿੱਖ ਆਗੂਆਂ ਦੀ ਗਲਤੀ ਹੈ ਜੋ ਇਹ ਗੱਲਾਂ ਵਾਰ-ਵਾਰ ਉਸ ਦੀ ਚਾਪਲੂਸੀ ਵਿੱਚ ਕਰ ਰਹੇ ਹਨ। ਉਹ ਅਜਿਹਾ ਸਮਾਂ ਸੀ, ਮੈਂ ਆਪਣੀ ਸਮਝ ਨਾਲ ਇਹ ਸਮਝਦਾ ਕਿ ਉਹ ਇੱਕ ਅਜਿਹਾ ਸਮਾਂ ਸੀ, ਮੋੜ ਸੀ, ਜਿਸ ਸਮੇਂ ਇੰਦਰਾ ਗਾਂਧੀ ਦੀਆਂ ਅੱਖਾਂ ਵਿੱਚ ਦਮਦਮੀ ਟਕਸਾਲ ਰੜਕਣ ਲੱਗ ਪਈ। ਉਸੇ ਹੀ ਰੜਕ ਨੂੰ ਕੱਢਣ ਲਈ ਉਹਨੇ ਸਿੱਖਾਂ ਦੇ ਉੱਤੇ ਪੰਜਾਬ ਵਿੱਚ ਉਸ ਤੋਂ ਬਾਅਦ ਜ਼ੁਲਮ ਕਰਨੇ ਸ਼ੁਰੂ ਕੀਤੇ ਤੇ ਹਰਿਮੰਦਰ ਸਾਹਿਬ ਤੇ ਜੋ ਹਮਲਾ ਹੋਇਆ ਉਹ ਵੀ ਸ਼ਾਇਦ ਉਸੇ ਹੀ ਉਸ ਦੀ ਕੜੀ ਦਾ ਨਤੀਜਾ ਸੀ, ਕਿਉਂਕਿ ਉਹ ਸਿੱਖਾਂ ਨੂੰ ਕੁਚਲਣਾ ਚਾਹੁੰਦੀ ਸੀ ਕਿ ਇਹ ਸਿੱਖ ਅਜਿਹੀ ਕੌਮ ਹੈ ਜੋ ਮੇਰੇ ਮੂੰਹ ਤੇ ਇੰਨਾ ਬੋਲ ਸਕਦੇ ਹਨ। ਉਹਨਾਂ ਨੇ ਇਸ ਕਰਕੇ ਸਿੱਖ ਕੌਮ ਦੀ ਮਨੋਬਲ ਅਤੇ ਤਾਕਤ ਨੂੰ ਕੁਚਲਣ ਲਈ ਸਿੱਖ ਕੌਮ ਦੇ ਹਰਿਮੰਦਰ ਦੇ ਉੱਤੇ ਹਮਲਾ ਕੀਤਾ। ਤੇ ਉਸੇ ਹੀ ਤਰ੍ਹਾਂ ਜਿਸ ਤਰ੍ਹਾਂ ਸੰਤ ਬਾਬਾ ਕਰਤਾਰ ਸਿੰਘ ਜੀ ਆਪਣੀ ਜੋਸ਼ੀਲੇ ਅਤੇ ਬਹੁਤ ਹੀ ਭਾਰੀ ਪ੍ਰਚਾਰ ਨਾਲ ਸਿੱਖ ਸੰਗਤਾਂ ਦੇ ਵਿੱਚ ਵਿਚਰਦੇ ਸਨ, ਜਦੋਂ ਹਮਲਾ ਕੀਤਾ ਤਾਂ ਉਹਨਾਂ ਦੇ ਸਪੁੱਤਰ ਸਤਿਕਾਰਯੋਗ ਮੇਰੇ ਪਿਤਾ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮੋਢੇ ਨਾਲ ਜੋੜਦਿਆਂ ਆਪਣੀ ਸ਼ਹਾਦਤ ਦੇ ਕੇ ਸਿੱਖ ਕੌਮ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਚਾਹੇ ਕੋਈ ਵੀ ਹਮਲਾਵਰ ਚੜ੍ਹ ਕੇ ਆ ਜਾਵੇ, ਚਾਹੇ ਉਹ ਅਬਦਾਲੀ ਹੋਵੇ, ਚਾਹੇ ਉਹ ਇੰਦਰਾ ਗਾਂਧੀ ਹੋਵੇ, ਸਿੱਖ ਕਦੇ ਵੀ ਹਰਿਮੰਦਰ ਸਾਹਿਬ ਦੀ, ਅਕਾਲ ਤਖਤ ਸਾਹਿਬ ਦੀ ਬੇਅਦਬੀ ਜਿਹੜੀ ਆ ਉਹ ਨਹੀਂ ਸਹਾਰਨਗੇ ਤੇ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਗੇ, ਚਾਹੇ ਸਾਨੂੰ ਆਪਣੀਆਂ ਸ਼ਹਾਦਤਾਂ ਹੀ ਕਿਉਂ ਨਾ ਦੇਣੀਆਂ ਪੈਣ। ਤੇ ਨੌਜਵਾਨ ਜੀ, ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਤੇ ਸੰਤ ਜਰਨੈਲ ਸਿੰਘ ਜੀ ਹੁਣਾਂ ਦੇ ਨਾਲ ਤੁਹਾਡੇ ਪਿਤਾ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਸਿੱਖ ਫੈਡਰੇਸ਼ਨ ਦੇ ਸ਼ਹੀਦ ਹੋ ਗਏ, ਤੇ ਤੁਹਾਡਾ ਜਨਮ ਜਿਹੜਾ ਉਹ ਕਦੋਂ ਦਾ? ਮੇਰੇ ਮਨ ਵਿੱਚ ਕਈ ਵਾਰ ਆਉਂਦਾ, ਤੁਸੀਂ ਵੀ ਇਹ ਗੱਲ ਸ਼ੁਰੂ ਜਿਹਦੇ ਵਿੱਚ ਜਦੋਂ ਆਖੀ ਜੀ ਕਿ ਤੁਹਾਨੂੰ ਬਹੁਤ ਮਾਣ ਹੈ, ਹਾਂਜੀ ਮਾਣ ਹੈ ਉਹਨਾਂ ਦੀ ਸ਼ਹਾਦਤ ਤੇ, ਵੱਡਿਆਂ ਦੀਆਂ ਕੁਰਬਾਨੀਆਂ ਤੇ ਉਹਨਾਂ ਦੇ ਪ੍ਰਚਾਰ ਤੇ, ਪਰ ਕਈ ਵਾਰ ਮਨ ਵਿੱਚ ਇਹ ਗੱਲ ਵੀ ਆਉਂਦੀ ਹੈ ਕਿ ਬਹੁਤ ਵੱਡੇ ਭਾਗ ਹੋਣਗੇ, ਪਤਾ ਨਹੀਂ ਕਿਹੜੇ ਜਨਮਾਂ ਦੀ ਕੋਈ ਕਰਮ ਹੋਣਗੇ, ਭਗਤੀ ਹੋਵੇਗੀ ਜਿਹੜੀ ਉਹਨਾਂ ਸ਼ਹੀਦਾਂ ਦੇ ਘਰ ਵਿੱਚ ਜਨਮ ਮਿਲਿਆ। ਪਰ ਕਈ ਵਾਰ ਮਨ ਵਿੱਚ ਨਾਲ ਇਹ ਗੱਲ ਵੀ ਉੱਥੇ ਹੀ ਆ ਜਾਂਦੀ ਕਿ ਸ਼ਾਇਦ ਕੋਈ ਉਸ ਸਮੇਂ ਭਗਤੀ 'ਚ ਕਮੀ ਰਹਿ ਗਈ ਕਿ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ। ਮੇਰਾ ਜਨਮ ਜਿਵੇਂ ਜੂਨ 1984 ਦਾ ਅਟੈਕ ਹੋਇਆ, ਉਹ 6 ਜੂਨ ਨੂੰ ਸ਼ਹਾਦਤ ਪ੍ਰਾਪਤ ਕੀਤੀ ਪਿਤਾ ਜੀ ਨੇ। ਮੇਰਾ ਜਨਮ ਆ ਜਿਹੜਾ ਉਹ ਅਗਸਤ ਮਹੀਨੇ ਦਾ, ਉਹਨਾਂ ਦੀ ਸ਼ਹਾਦਤ ਤੋਂ 2 ਮਹੀਨੇ ਬਾਅਦ ਦਾ। ਸੋ ਉਸ ਤਰ੍ਹਾਂ ਕਈ ਵਾਰ ਮਨ ਵਿੱਚ ਰੋਸ ਵੀ ਆਉਂਦਾ ਕਿ ਉਹਨਾਂ ਦੇ ਦਰਸ਼ਨ ਕਰਨ ਦਾ ਜਿਹੜਾ ਉਸ ਭਾਗ ਉਹ ਮੈਨੂੰ ਪ੍ਰਾਪਤ ਨਹੀਂ ਹੋਇਆ। ਤੇ ਤੁਸੀਂ ਉੱਥੇ ਫਿਰ ਕਿੰਨੀ ਐਜੂਕੇਸ਼ਨ ਲਈ ਤੇ ਇੱਧਰ ਕਦੋਂ ਦੇ ਆਉਣੇ ਹੋਏ USA ਦੇ ਵਿੱਚ? ਮੇਰੇ ਕੋਲੇ 2 ਮਾਸਟਰਸ ਡਿਗਰੀਜ਼ ਨੇ, ਉਹ ਮੈਂ ਪੰਜਾਬ ਦੇ ਵਿੱਚ ਮੁਕਤਸਰ ਸਾਹਿਬ ਵਿੱਚ ਰਹਿ ਕੇ ਕੀਤੀਆਂ, ਮਾਸਟਰਸ ਆਫ ਕੰਪਿਊਟਰ ਐਪਲੀਕੇਸ਼ਨਸ ਤੇ ਮਾਸਟਰਸ ਆਫ ਇਨਫੋਰਮੇਸ਼ਨ ਟੈਕਨੋਲੋਜੀ।
ਉਹ ਇੰਡੀਆ ਦੇ ਵਿੱਚ ਰਹਿ ਕੇ ਪੜ੍ਹਾਈ ਪੂਰੀ ਕੀਤੀ ਤੇ ਉਸ ਤੋਂ ਬਾਅਦ 2016 ਦੇ ਵਿੱਚ ਇੱਥੇ ਅਮਰੀਕਾ ਦੇ ਇੱਥੇ ਪੱਕੇ ਤੌਰ ਤੇ ਇੱਥੇ ਆਏ ਨੇ। ਤੇ ਤੁਸੀਂ ਇਹ ਚੀਜ਼ ਜਿਹੜੀ ਆ ਸਮਝਦੇ ਆ, ਕਿਉਂਕਿ ਕਈ ਕਹਿੰਦੇ ਆ ਕਿ ਪਿੰਡਰਾਂ ਵਾਲੇ ਸ਼ਹੀਦ ਨਹੀਂ ਹੋਏ, ਤੁਸੀਂ ਇਸ ਬਾਰੇ ਸੰਗਤਾਂ ਨੂੰ ਕੀ ਸਪਸ਼ਟ ਕਰਨਾ ਆਓਗੇ? ਸੰਤ ਬਾਬਾ ਠਾਕਰ ਸਿੰਘ ਜੀ, ਉਹਨਾਂ ਦੇ ਉੱਤੇ ਕੋਈ ਵੀ ਕਿੰਤੂ ਕਰਨਾ ਜਾਂ ਸ਼ੱਕ ਕਰਨਾ, ਮੈਂ ਸਮਝਦਾ ਕਿ ਆਪਣੇ ਆਪ ਨਾਲ ਧੋਖਾ ਕਰਨਾ। ਜੇ ਕਹਿ ਲਈਏ ਕਿ ਧਰਤੀ ਦੇ ਉੱਤੇ ਜੇ ਕਿਸੇ ਨੇ ਤੁਰਦਾ ਫਿਰਦਾ ਰੱਬ ਦੇਖਿਆ ਤੇ ਉਹ ਉਹੀ ਕਹਿ ਸਕਦੇ ਜਿਨ੍ਹਾਂ ਨੇ ਸੰਤ ਬਾਬਾ ਠਾਕੁਰ ਸਿੰਘ ਦੀ ਸੰਗਤ ਕੀਤੀ ਜਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਮਝ ਤਾਂ ਸਕਦੇ ਨਹੀਂ, ਪਰ ਜਿਨ੍ਹਾਂ ਨੇ ਕੋਸ਼ਿਸ਼ ਵੀ ਕੀਤੀ, ਉਹਨਾਂ ਨੇ ਇਹ ਗੱਲ ਆਖੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਚੜ੍ਹਦੀ ਕਲਾ 'ਚ ਨੇ। ਅਸੀਂ ਨਹੀਂ ਸਮਝ ਸਕਦੇ ਉਹਨਾਂ ਦੀਆਂ ਕੀ ਰਮਜ਼ਾਂ ਸਨ, ਕੀ ਕਾਰਨ ਸਨ, ਇਹਦੇ ਪਿੱਛੇ ਕੀ ਸੀ। ਪਰ ਮੈਂ ਇਹ ਗੱਲ ਸਮਝਦਾ, ਚਾਹੇ ਸੰਤ ਬਾਬਾ ਜਰਨੈਲ ਸਿੰਘ ਜੀ ਸ਼ਹੀਦ ਹੋ ਗਏ, ਚਾਹੇ ਉਹ ਚੜ੍ਹਦੀ ਕਲਾ 'ਚ ਨੇ, ਜਿੰਨੀ ਬਾਬਾ ਠਾਕੁਰ ਸਿੰਘ ਜੀ ਦੇ ਵਿੱਚ ਤਾਕਤ ਸੀ, ਜੇ ਉਹ ਚਾਹਣ ਤੇ ਉਹ ਸ਼ਹੀਦ ਹੋਇਆਂ ਨੂੰ ਵੀ ਦੁਬਾਰਾ ਆਪਣੇ ਸਾਹਮਣੇ ਖੜੇ ਕਰ ਸਕਦੇ ਨੇ। ਸੋ ਇਸ ਗੱਲ ਦਾ ਸਵਾਲ ਨਹੀਂ ਕੋਈ ਪੈਦਾ ਹੁੰਦਾ ਕਿ ਉਹ ਚੜ੍ਹਦੀ ਕਲਾ 'ਚ ਨੇ ਜਾਂ ਉਹ ਸ਼ਹੀਦ ਨੇ। ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਗੇ, ਉਹਨਾਂ ਦੀ ਸੋਚ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗੀ ਤੇ ਗੁਰੂ ਸਾਹਿਬ ਕਿਰਪਾ ਕਰਨ ਉਹ ਸੋਚ ਸਾਡੇ ਸਾਰਿਆਂ ਵਿੱਚ ਆਵੇ। ਤੇ ਦਮਦਮੀ ਟਕਸਾਲ ਦੇ ਤੁਹਾਡੇ ਵੱਡ ਵਡੇਰੇ ਜਿਹੜੇ ਆ, ਉਹਨਾਂ ਨੇ ਬੜੀ ਸੇਵਾ ਕੀਤੀ, ਮੁਖੀ ਵੀ ਰਹੇ, ਤੇ ਇਸ ਵਕਤ ਵੀ ਤੁਹਾਡੇ ਤਾਇਆ ਜੀ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਜਿਹੜੇ ਆ ਚਾਚਾ ਜੀ, ਉਹਨਾਂ ਦੇ ਜੀਵਨ ਬਾਰੇ ਕੀ ਕਹਿਣਾ ਚਾਹੋਗੇ? ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ, ਜਿਸ ਤਰ੍ਹਾਂ ਹੁਣ ਮੈਂ ਪਿਤਾ ਜੀ ਦੇ ਵਿਆਹ ਦੀ ਐਲਬਮ ਕਈ ਵਾਰ ਦੇਖੀ ਆ, ਉਹਦੇ ਵਿੱਚ ਉਹ ਤਕਰੀਬਨ ਉਹਨਾਂ ਦੀ ਉਮਰ ਉਸ ਵੇਲੇ 10 ਕੁ ਸਾਲ ਦੀ ਹੋਣੀ ਆ। ਉਦੋਂ ਵੀ ਉਹਨਾਂ ਨੇ ਚੋਲਾ ਪਾਇਆ ਤੇ ਮਾਈਕ ਦੇ ਉੱਤੇ ਕੋਈ ਕਵਿਤਾਵਾਂ ਬੋਲ ਰਹੇ ਸੀ। ਉਦੋਂ ਤੋਂ ਲੈ ਕੇ ਫੋਟੋਆਂ ਜਿਹੜੀਆਂ ਉਹਨਾਂ ਦੀਆਂ ਮੈਂ ਦੇਖੀਆਂ, ਤੇ ਜੋ ਉਸ ਸਮੇਂ ਦੀ ਸਿੱਖਿਆ ਉਹਨਾਂ ਨੇ ਲਈ, ਧਾਰਮਿਕ ਵਿੱਦਿਆ ਪ੍ਰਾਪਤ ਕੀਤੀ ਮਹਾਂਪੁਰਖਾਂ ਤੋਂ, ਮੈਂ ਸਮਝਦਾ ਜੇ ਅੱਜ ਦੇ ਵਿੱਚ ਗਿਆਨੀਆਂ ਦੇ ਵਿੱਚੋਂ ਜਾਂ ਜੋ ਜਿਨ੍ਹਾਂ ਨੂੰ ਨੌਲੇਜ ਹੈ ਇੰਨੀ, ਜੋ ਪ੍ਰਚਾਰ ਕਰਨ ਦਾ ਤਰੀਕਾ ਹੈ, ਜੋ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਦਾ ਹੈ, ਮੈਨੂੰ ਕਿਸੇ ਹੋਰ ਵਿੱਚੋਂ ਨਜ਼ਰ ਨਹੀਂ ਆਉਂਦਾ। ਤੇ ਜਿਸ ਤਰ੍ਹਾਂ ਆਪਣੀ ਕੌਮ ਦੇ ਵਿੱਚ ਆਮ ਆ ਕਿ ਕਦੀ ਕੋਈ ਕਿਸੇ ਦੀ ਪੱਗ ਲਾ ਦਿੰਦਾ, ਕਦੀ ਕੋਈ ਕਿਸੇ ਦੀ ਪੱਗ ਲਾ ਦਿੰਦਾ ਵਾ, ਕਿਉਂਕਿ ਆਮ ਜਿਹੜੀ ਆ ਪੱਗ ਜਿਹੜੀ ਆ, ਵੇਖੋ ਇਹ ਸਿੱਖ ਚੈਨਲ ਵੀ ਵਰਲਡ ਦੀ ਕੋਨੇ-ਕੋਨੇ 'ਚ ਪਹੁੰਚ ਕੇ ਦਸਤਾਰ ਡੇ ਮਨਾਉਂਦਾ, ਇਹਦੇ ਵਿੱਚ ਸਾਨੂੰ ਬੜਾ ਜਿਹੜਾ ਵਾ ਉਹ ਸਾਹਮਣਾ ਕਰਨਾ ਪੈਂਦਾ। ਲੋਕੀ ਕਹਿੰਦੇ ਸਿੰਘ ਆਪੋ ਵਿੱਚ ਪੱਗਾਂ ਲਾਈ ਜਾਂਦੇ, ਇਤਫਾਕ ਨਹੀਂ ਹੈਗਾ। ਇਹ ਆਪਣਾ ਇਤਫਾਕ ਕਿੱਦਾਂ ਹੋ ਸਕਦਾ? ਆਪਣਾ ਇਤਫਾਕ ਉਦੋਂ ਹੋਊਗਾ ਜਦੋਂ ਆਪਣੇ ਨਿੱਜੀ ਸਵਾਰਥ ਛੱਡ ਕੇ ਅਸੀਂ ਕੌਮ ਲਈ ਕੁਝ ਸੋਚਾਂਗੇ। ਜੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸੰਘਰਸ਼ ਆਰੰਭਿਆ, ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਆਪਣੀ ਕੁਰਬਾਨੀ ਦਿੱਤੀ, ਜਰਨਲ ਛਬੇਕ ਸਿੰਘ ਜੀ ਨੇ ਆਪਣੀ ਕੁਰਬਾਨੀ ਦਿੱਤੀ, ਉਹਨਾਂ ਨੇ ਕੋਈ ਆਪਣੇ ਘਰ ਲਈ ਕੁਰਬਾਨੀ ਨਹੀਂ ਦਿੱਤੀ। ਮੈਨੂੰ ਯਾਦ ਹੈ, ਇੱਕ ਮੈਂ ਛੋਟੀ ਜਿਹੀ ਘਟਨਾ ਇੱਥੇ ਸੁਣਾਵਾਂ। ਮਾਤਾ ਜੀ ਦੱਸਦੇ ਨੇ ਕਿ ਮੇਰੇ ਤੋਂ ਵੱਡੀ ਭੈਣ ਪਰਮਜੀਤ ਕੌਰ, ਉਹ ਇੱਕ ਵਾਰ ਅੰਮ੍ਰਿਤਸਰ ਗਏ, ਕਿਉਂਕਿ ਮੇਰੇ ਮਾਤਾ ਜੀ ਹੁਣੀ ਤੇ ਬਾਕੀ ਪਰਿਵਾਰ ਉਹ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਰਹਿੰਦੇ ਸੀ, ਪਿਤਾ ਜੀ ਅੰਮ੍ਰਿਤਸਰ ਸਾਹਿਬ ਸਨ। ਉਹ ਇੱਕ ਵਾਰ ਕਮਰੇ ਵਿੱਚ ਬੈਠੇ ਤੇ ਉੱਥੇ ਮੇਰੀ ਵੱਡੀ ਸਿਸਟਰ ਬਹੁਤ ਜ਼ਿਆਦਾ ਰੋਣ ਲੱਗ ਪਈ, ਕਿਸੇ ਚੀਜ਼ ਨੂੰ ਲੈ ਕੇ ਜਿੱਦ ਕਰਨ ਲੱਗ ਪਈ ਕਿ ਮੈਂ ਆਹ ਚੀਜ਼ ਲੈਣੀ ਆ ਤੇ ਉਹ 2 ਰੁਪਏ ਦੀ ਆਉਣੀ ਆ, ਤੇ ਉਹ ਪਿਤਾ ਜੀ ਤੋਂ ਪੈਸੇ ਮੰਗਣ ਲੱਗ ਪਈ ਤੇ ਇੰਨਾ ਜ਼ਿਆਦਾ ਰੋਈ ਤੇ ਪਿਤਾ ਜੀ ਨੇ ਪੈਸੇ ਨਹੀਂ ਦਿੱਤੇ। ਤੇ ਜਿਹੜੇ ਕੋਲ ਸਿੰਘ ਬੈਠੇ ਸੀ ਉਹ ਕਹਿਣ ਲੱਗ ਪਏ, ਪ੍ਰਧਾਨ ਜੀ ਬੱਚੀ ਆ, 2 ਰੁਪਏ ਦੀ ਚੀਜ਼ ਮੰਗਦੀ ਆ, ਤੁਸੀਂ 2 ਰੁਪਏ ਦੇ ਦਿਓ ਇਹਨੂੰ, ਇਹ 'ਚ ਕਿਹੜੀ ਗੱਲ ਆ। ਉਹਨਾਂ ਨੇ ਉਸ ਸਮੇਂ, ਕਿਉਂਕਿ ਬਾਕੀ ਵਿਚਾਰਾਂ ਹੋ ਰਹੀਆਂ ਸੀ, ਉਹਨੂੰ ਚੁੱਪ ਕਰਾਉਣ ਲਈ ਇੱਕ ਵਾਰ 5 ਰੁਪਏ ਦਾ ਨੋਟ ਕੱਢ ਕੇ ਦੇਤਾ ਉਹਨੂੰ। ਤੇ ਜੋ ਆਪਾਂ ਨੂੰ ਆਮ ਜੀਵਨ ਦੇ ਵਿੱਚ ਦੇਖਿਆ, ਜਦੋਂ ਬੱਚੇ ਕੋਈ ਰੋਂਦੇ ਉਸ ਤੋਂ ਬਾਅਦ ਉਹਨਾਂ ਨੂੰ ਨੀਂਦ ਜਲਦੀ ਆ ਜਾਂਦੀ ਆ। ਉਹ ਬੱਚੀ ਰੋਂਦੀ ਰੋਂਦੀ ਮੇਰੀ ਸਿਸਟਰ ਜਿਹੜੀ ਆ ਉੱਥੇ ਹੀ ਸੌਂ ਗਈ, ਸੁੱਤੀ। ਉਹਨਾਂ ਸਾਰੇ ਸਿੰਘਾਂ ਦੇ ਬੈਠਿਆਂ ਉਹਨਾਂ ਨੇ ਮੁੱਠੀ ਖੋਲੀ, 5 ਰੁਪਏ ਦਾ ਨੋਟ ਕੱਢਿਆ, ਦੁਬਾਰਾ ਆਪਣੀ ਜੇਬ 'ਚ ਪਾ ਲਿਆ। ਤੇ ਵੇਖਣ ਵਾਲੇ ਸਿੰਘਾਂ ਨੇ, ਪੱਤਰਕਾਰ ਵੀਰ ਵੀ ਉੱਥੇ ਬੈਠੇ ਸੀ, ਕਹਿੰਦੇ ਇਹ ਕੀ ਕੀਤਾ ਤੁਸੀਂ? ਇੱਕ ਬੱਚੀ ਦੇ ਕੋਲੋਂ 5 ਰੁਪਏ ਲੈ ਲਏ ਤੁਸੀਂ, ਇੱਕ ਧੀਆਂ ਕੋਲੋਂ। ਆਪਾਂ ਤਾਂ ਵੈਸੇ ਹੀ ਕਹਿੰਦੇ ਕਿ ਬੱਚੀਆਂ ਨੂੰ ਪੈਸੇ ਵੀ ਜਿਹੜੇ ਕੁਛ ਸੇਵਾ ਕਰੋ ਉਹਨਾਂ ਦੀ। ਤੇ ਭਾਈ ਸਾਹਿਬ ਕਹਿਣ ਲੱਗੇ, ਕਹਿੰਦੇ ਕਿ ਤੁਸੀਂ ਆਪ ਚਾਹੁੰਦੇ ਹੋ ਕਿ ਮੈਂ ਆਪਦੇ ਬੱਚਿਆਂ ਨੂੰ ਜ਼ਹਿਰ ਆਪਦੇ ਹੱਥੀਂ ਦੇਵਾਂ? ਇਹ ਜੋ ਮਾਇਆ ਹੈ ਇਹ ਸੰਗਤ ਦੀ ਆ, ਤੇ ਸੰਗਤ ਨੇ ਇਹ ਮਾਇਆ ਮੇਰੇ ਬੱਚਿਆਂ ਨੂੰ ਦੇਣ ਲਈ ਨਹੀਂ, ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਸੰਘਰਸ਼ ਚੱਲ ਰਿਹਾ ਉਸ ਦੀ ਭੇਟਾ ਲਈ ਦਿੱਤੀ ਆ। ਇਹ ਸੋਚ ਜਿੰਨਾ ਚਿਰ ਸਾਡੇ ਵਿੱਚ ਨਹੀਂ ਆਉਂਦੀ, ਉਹਨਾਂ ਚਿਰ ਅਸੀਂ ਆਪਸ ਵਿੱਚ ਲੜਦੇ ਭਿੜਦੇ ਰਵਾਂਗੇ। ਅੱਜ ਸਾਡੀ ਸੋਚ ਕੀ ਹੈ ਕਿ ਅਸੀਂ ਕੇਵਲ ਤੇ ਕੇਵਲ ਆਪਣੇ ਘਰਾਂ ਤੱਕ ਸੀਮਿਤ ਰਹਿ ਗਏ। ਅਸੀਂ ਦੇਖਦੇ ਹਾਂ ਕਿ ਜੇ ਕੋਈ ਸਿੱਖੀ ਤੇ ਹਮਲਾ ਕਰਦਾ, ਜੇ ਕਿਤੇ ਖਲੋਣ ਦੀ ਕੋਈ ਸਟੈਂਡ ਲੈਣ ਦੀ ਗੱਲ ਆਉਂਦੀ ਆ,
ਤੇ ਉੱਥੇ ਕਹਿ ਦਿੰਨੇ ਕਿ ਕੋਈ ਹੋਰ ਲਵੇ, ਅਸੀਂ ਨਹੀਂ ਲੈਣਾ। ਜਿੰਨਾ ਚਿਰ ਤੱਕ ਸਾਡੀ ਇਹ ਸੋਚ ਨਹੀਂ ਬਦਲਦੀ ਤੇ ਅਸੀਂ ਆਪਣਾ ਮੁੱਖ ਨਿਸ਼ਾਨਾ ਜੋ ਹੈ ਉਹ ਸਿੱਖੀ ਨਹੀਂ ਰੱਖਦੇ, ਆਪਣਾ ਪਰਿਵਾਰ ਨਹੀਂ ਸਮਝਦੇ ਸਿੱਖੀ ਨੂੰ, ਉਹਨਾਂ ਚਿਰ ਅਸੀਂ ਇੱਕ ਦੂਜੇ ਦੀਆਂ ਪੱਗਾਂ ਲਾਵਾਂਗੇ। ਜਦੋਂ ਅਸੀਂ ਸਮਝਣ ਲੱਗ ਪਏ ਉਸ ਤੋਂ ਬਾਅਦ ਸਾਡਾ ਸਾਰਾ ਇੱਕ ਪਰਿਵਾਰ ਹੋਵੇਗਾ। ਸੋ ਸਿੰਘ ਸਾਹਿਬ ਜੀ, ਤੁਸਾਂ ਵੇਖਿਆ ਕਿ ਅੱਜ ਨਗਰ ਕੀਰਤਨ ਦੇ ਵਿੱਚ ਸਿੱਖ ਚੈਨਲ ਵੀ ਡਿਊਟੀਆਂ ਨਿਭਾ ਰਿਹਾ ਸੀ। ਸਿੱਖ ਚੈਨਲ ਬਾਰੇ ਕੀ ਕਹਿਣਾ ਚਾਹੋਗੇ? ਇਹ ਨਾ ਕੇਵਲ ਅਮਰੀਕਾ ਦੇ ਵਿੱਚ ਹੀ, ਇੱਕ ਵਾਰ ਪਹਿਲਾਂ ਵੀ ਸਮਾਂ ਮਿਲਿਆ ਇੰਡੀਆ ਦੇ ਵਿੱਚ ਵੀ ਸਿੱਖ ਚੈਨਲ ਦੇ ਨਾਲ ਮੈਨੂੰ ਇੰਟਰਵਿਊ ਕਰਨ ਦਾ, ਤੇ ਮੈਂ ਤਕਰੀਬਨ ਦੇਖਦਾ ਕਿ ਜਿੱਥੇ ਜਿੱਥੇ ਕੋਈ ਵੀ ਸਿੱਖ ਗਤੀਵਿਧੀ ਹੁੰਦੀ ਆ, ਭਾਵੇਂ ਛੋਟੀ ਹੁੰਦੀ ਚਾਹੇ ਵੱਡੀ ਹੁੰਦੀ ਹੈ, ਸਿੱਖ ਚੈਨਲ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਥਾਂ ਜਾ ਕੇ ਉਸ ਨੂੰ ਸੰਗਤ ਦੇ ਸਾਹਮਣੇ ਰੱਖਿਆ ਜਾਵੇ। ਇਹ ਵੀ ਇੱਕ ਪ੍ਰਚਾਰ ਦਾ ਸਾਧਨ ਹੈ ਤੇ ਬਹੁਤ ਵਧੀਆ ਉਪਰਾਲਾ ਹੈ। ਧੰਨਵਾਦ ਹੈ ਤੁਹਾਡਾ ਕਿ ਜਿੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪ੍ਰਚਾਰ ਹੋਣਾ, ਤੁਸੀਂ ਉਹ ਸਾਰੀਆਂ ਸੰਗਤਾਂ ਤੱਕ, ਘਰੇ ਬੈਠਿਆਂ ਤੱਕ ਉਹ ਪਹੁੰਚਾ ਰਹੇ ਨੇ, ਤੇ ਇਹ ਵੀ ਇੱਕ ਪ੍ਰਚਾਰ ਦਾ ਸਾਧਨ ਤੇ ਤੁਹਾਡੀ ਮਿਹਨਤ ਹੈ। ਬਹੁਤ ਧੰਨਵਾਦ। ਨੌਜਵਾਨ ਜੀ, ਅਖੀਰ ਦੇ ਵਿੱਚ ਯੂਥ ਤੁਹਾਨੂੰ ਵੇਖ ਰਿਹਾ, ਵਰਲਡ ਵਿੱਚ ਵਸਦਾ ਯੂਥ, ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋ? ਉਹਨਾਂ ਨੂੰ ਇੱਕ ਹੀ ਬੇਨਤੀ ਕਰਨੀ ਚਾਹਾਂਗਾ, ਇੱਥੇ ਆ ਕੇ ਬੜੇ ਇਸ ਤਰ੍ਹਾਂ ਦੇ ਇੱਥੇ ਵੀ ਵੀਰ ਦੇਖੇ, ਵੱਡੇ ਭਰਾ ਛੋਟੇ ਭਰਾ ਸਾਰੇ ਦੇਖੇ, ਇੰਡੀਆ ਵਿੱਚ ਵੀ ਦੇਖਣ ਦਾ ਮੌਕਾ ਮਿਲਿਆ। ਚਾਹੇ ਉਹਨਾਂ ਦੇ ਕੇਸ ਕੱਟੇ ਨੇ, ਚਾਹੇ ਉਹਨਾਂ ਦੀਆਂ ਦਾੜੀਆਂ ਕੱਟੀਆਂ ਨੇ, ਚਾਹੇ ਪੱਗਾਂ ਬੰਨੀਆਂ ਨੇ, ਚਾਹੇ ਅੰਮ੍ਰਿਤਧਾਰੀ ਨੇ, ਕੇਸ ਕੱਟੇ ਵਾਲਿਆਂ ਦੇ ਵਿੱਚ ਵੀ ਜਿਹੜਾ ਜਜ਼ਬਾ ਆ ਉਹ ਬਹੁਤ ਹੈ। ਅੱਜ ਜੇ ਤੁਸੀਂ ਕਿਤੇ ਸਰਵੇ ਕਰਕੇ ਦੇਖਣਾ ਹੋਵੇ ਤਾਂ ਕੇਸ ਕੱਟੇ ਵਾਲਿਆਂ ਦੇ ਫੋਨ ਚੈੱਕ ਕਰਕੇ ਦੇਖੋ ਕਿੰਨਿਆਂ ਦੇ ਵਾਲਪੇਪਰਾਂ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਜਾਂ ਹੋਰ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ। ਉਹ ਉਸ ਜਜ਼ਬੇ ਨੂੰ ਦਰਸਾਉਂਦੀਆਂ ਨੇ ਕਿ ਉਹਨਾਂ ਦੇ ਵਿੱਚ ਜਜ਼ਬਾ ਕਿੰਨਾ ਸੀ। ਉਹਨਾਂ ਨੂੰ ਬੇਨਤੀ ਸਾਰੀ ਇਹੀ ਆ ਕਿ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ। ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਨੇ ਜੋ ਆਪਾਂ ਨੂੰ ਖੰਡੇ ਬਾਟੇ ਦੀ ਦਾਤ ਦਿੱਤੀ ਆ, ਉਸ ਦੇ ਧਾਰਨੀ ਹੋ ਕੇ ਤੇ ਘੱਟੋ ਘੱਟ ਨਿਤਨੇਮ ਦੀਆਂ ਬਾਣੀਆਂ ਜ਼ਰੂਰ ਪਹਿਲਾਂ ਧਾਰਨ ਕਰੀਏ। ਜਦੋਂ ਅਸੀਂ ਨਿਤਨੇਮ ਦੀਆਂ ਬਾਣੀਆਂ ਧਾਰਨ ਕਰਾਂਗੇ, ਗੁਰਸਿੱਖੀ ਦੀ ਰਹਿਤ ਵਿੱਚ ਰਵਾਂਗੇ, ਤੇ ਸਾਡੇ ਤੋਂ ਕੋਈ ਵੀ ਐਸੀ ਤਾਕਤ ਨਹੀਂ ਜੋ ਸਾਨੂੰ ਹਰਾ ਸਕਦੀ, ਜੋ ਸਾਨੂੰ ਦਬਾ ਸਕਦੀ ਹੈ। ਅੱਜ ਕੋਸ਼ਿਸ਼ਾਂ ਕੀ ਹੋ ਰਹੀਆਂ ਨੇ, ਏਜੰਸੀਆਂ ਕੀ ਕਰ ਰਹੀਆਂ ਨੇ, ਉਹ ਇਹ ਦੇਖ ਰਹੀਆਂ ਕਿ ਸਾਨੂੰ ਤਾਕਤ ਕਿੱਥੋਂ ਮਿਲਦੀ ਆ। ਸਾਨੂੰ ਗੁਰਬਾਣੀ 'ਚੋਂ ਤਾਕਤ ਮਿਲਦੀ, ਸਾਨੂੰ ਅੰਮ੍ਰਿਤ ਵਿੱਚੋਂ ਤਾਕਤ ਮਿਲਦੀ ਆ। ਸਾਡੇ ਵਿੱਚ ਵੰਡੀਆਂ ਪਾ ਕੇ, ਸਾਡੇ ਹੀ ਭੇਸ ਵਾਲੇ ਸਾਡੇ ਵਿਰੁੱਧ ਖੜੇ ਕਰਕੇ ਉਹਨਾਂ ਬਾਣੀਆਂ ਦੇ ਉੱਤੇ, ਸਾਡੀਆਂ ਮਰਿਆਦਾ ਦੇ ਉੱਤੇ, ਸਾਡੇ ਅੰਮ੍ਰਿਤ ਦੇ ਉੱਤੇ ਕਿੰਤੂ ਕਰਾ ਰਹੇ ਨੇ। ਕਿਉਂ? ਤਾਂ ਕਿ ਸਾਨੂੰ ਸ਼ਕਤੀ ਨਾ ਮਿਲ ਸਕੇ, ਸਾਨੂੰ ਪਾਵਰ ਨਾ ਮਿਲ ਸਕੇ। ਸਾਨੂੰ ਇਕੱਠੇ ਹੋ ਕੇ, ਚਾਹੇ ਉਹ ਪ੍ਰਚਾਰਕ ਨੇ, ਚਾਹੇ ਉਹ ਕਿਸੇ ਵੀ ਜਥੇਬੰਦੀ ਦੇ ਆਗੂ ਨੇ, ਉਸ ਚੀਜ਼ ਦਾ ਸਾਰੇ ਨੌਜਵਾਨਾਂ ਨੂੰ ਇਕੱਤਰ ਹੋ ਕੇ ਸ਼ਾਂਤਮਈ ਰਹਿ ਕੇ ਵਿਰੋਧ ਕਰਨਾ ਚਾਹੀਦਾ ਕਿ ਅਸੀਂ ਇਸ ਚੀਜ਼ ਨੂੰ ਰਿਜੈਕਟ ਕਰਦੇ ਹਾਂ। ਕੇਵਲ ਸਿੱਖੀ ਸਿਧਾਂਤ ਵਾਲੀ ਗੱਲ ਨੂੰ ਅਸੀਂ ਜਿਹੜੀ ਆ ਉਹ ਅੱਗੇ ਲੈ ਕੇ ਜਾਵਾਂਗੇ। ਸੋ ਨੌਜਵਾਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਇਹ ਸਨ ਨੌਜਵਾਨ ਪੰਥ ਕੌਮ ਦੇ ਮਹਾਨ ਸ਼ਹੀਦ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ, ਜੋ ਕਿ ਸਿੱਖਾਂ ਦੇ ਦਿਲਾਂ ਦੀ ਧੜਕਣ ਹਨ, ਜਿਨ੍ਹਾਂ ਨੇ ਕਿ ਕੌਮ ਦੀ ਖਾਰਾ ਆਪਣਾ ਆਪ ਵਾਰ ਦਿੱਤਾ। ਉਹਨਾਂ ਦੇ ਸਪੁੱਤਰ ਦੇ ਨਾਲ ਤੁਹਾਡੀ ਇੰਟਰਵਿਊ ਕਰਾਈ ਆ। ਬੜੇ ਚੰਗੇ ਇਹਨਾਂ ਦੇ ਵਿਚਾਰ ਹਨ ਕਿ ਗੁਰੂ ਪੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਅਤੇ ਈਰਖਾ ਛੱਡੋ ਅਤੇ ਪੰਥ ਹੱਸਦਾ ਵਸਦਾ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।